और अज उन्हें फिर साडे जीवन च ये मौका बख्शिया कि असीं उहदी हजूरी दे चाहिए और उहदे पवित्र वचन दे विचों उहदियां जिंदगी दीयां गल्लां नूं असीं सुण सकीए। हालेलुया। सो असीं पढ़ांगे बाइबल दे विच इक वचन और फिर उस उत्ते ध्यान करांगे। असीं पढ़ांगे मरकुस दी अंजील और उसका 8 अध्याय उहदी एक आयत तो असीं पढ़ांगे। मरकुस दी अंजील 8 अध्याय उहदी एक आयत तो असीं खुदा दे वचन च पढ़ांगे। उन दिनों में जब फिर बड़ी भीड़ इकट्ठी हुई, उन दिनों में जब बड़ी भीड़ इकट्ठी हुई और उनके पास कुछ खाने को ना था। उन दिनों में जब बड़ी भीड़ इकट्ठी हुई, उनके पास कुछ खाने को ना था। अक्सर असीं सुणदे हैं और अक्सर सेवकां दे द्वारा ये प्रचार किया जाता कि परमेश्वर दे विच, परमेश्वर दी हजूरी दे विच कदे किसी चीज़ की कमी नहीं हुंदी। लेकिन जब असीं इत्थे वचन पढ़ते हैं तो लिखिया, जब फिर बड़ी भीड़ इकट्ठी हुई और उनके पास कुछ खाने को ना था, तो उसने अपने चेलों को पास बुलाकर उनसे कहा। जदों उन्हां दे कोल खाण दे लई कुछ नहीं है, यसु मसीह भी उन्हां दे नाल आ, फिर भी उन्हां दे कोल खाण नूं कुछ हैगा नहीं है। इंसान दे कोल खुदा दे नाल गिले करन दे बड़े बहाने हुंदे आ। इंसान दे कोल खुदा दे उत्ते उंगली चुकन दे बड़े कारण हुंदे आ। ये सब कुछ करन तो बाद भी इंसान खुदा दी इच्छा नूं, ਉਹਦੇ ਕੰਮ ਕਰਨ ਦੇ ਤਰੀਕੇ ਨੂੰ ਫਿਰ ਵੀ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦਾ। ਇਹਦੇ ਵਿੱਚ ਕਈ ਕਾਰਨ ਆ। ਕਈ ਵਾਰੀ ਸਮਝ ਨਹੀਂ ਪਾਉਂਦਾ, ਕਈ ਵਾਰੀ ਸਮਝਦੇ ਹੋਏ ਸਮਝਣਾ ਨਹੀਂ ਚਾਹੁੰਦਾ, ਕਈ ਵਾਰੀ ਸਮਝ ਨਹੀਂ ਪਾਉਂਦਾ, ਕਈ ਵਾਰੀ ਸਮਝਦੇ ਹੋਏ ਸਮਝਣਾ ਨਹੀਂ ਚਾਹੁੰਦਾ, ਔਰ ਕਈ ਵਾਰੀ ਉਹ ਸਮਝਣਾ ਚਾਹੁੰਦਾ ਹੀ ਨਹੀਂ ਹੈ। ਲੇਕਿਨ ਜਦੋਂ ਅਸੀਂ ਸਮਝਣ ਦਾ ਮਨ ਬਣਾਉਂਦੇ ਹਾਂ ਕਿ ਆਪਣੇ ਪਿਤਾ ਪਰਮੇਸ਼ਵਰ ਦੀ ਇੱਛਾ ਨੂੰ ਸਮਝੀਏ, ਜਦੋਂ ਸਮਝਣ ਦਾ ਮਨ ਲੈ ਕੇ ਆਉਂਦੇ ਹਾਂ, ਉਦੋਂ ਉਹ ਸਮਝਾਉਂਦਾ ਹੈ। ਵੱਡੀ ਭੀੜ ਇਕੱਠੀ ਹੋਈ ਹੈ, ਖਾਣ ਨੂੰ ਉਹਨਾਂ ਦੇ ਕੋਲ ਕੁਛ ਨਹੀਂ ਹੈ। ਯਿਸੂ ਮਸੀਹ ਮੌਜੂਦ ਆ ਔਰ ਜਿੱਥੇ ਯਿਸੂ ਮਸੀਹ ਮੌਜੂਦ ਹੋਵੇ ਉੱਥੇ ਕਮੀ ਹੋ ਨਹੀਂ ਸਕਦੀ। ਲੇਕਿਨ ਇੱਥੇ ਸਾਡੇ ਸਾਹਮਣੇ ਜਿਹੜੀ ਗੱਲ ਖੁੱਲ੍ਹ ਕੇ ਆਉਂਦੀ ਉਹ ਇਹ ਆ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਅਗੰਮ ਗਿਆਨੀ ਹੈ, ਜਿਹੜਾ ਸਭ ਕੁਝ ਪਹਿਲਾਂ ਤੋਂ ਜਾਣਦਾ ਹੈ, ਉਹ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਨਾਲ ਆ। ਔਰ ਐਸੇ ਹਾਲਾਤਾਂ ਨੂੰ ਹੋਣ ਦਿੱਤਾ ਉਹਨੇ ਆਪ। ਲਿਆਂਦੇ ਨਹੀਂ ਹਾਲਾਤ ਐਸੇ। ਇਹ ਲਫ਼ਜ਼ਾਂ ਦੇ ਵਿੱਚ ਵੀ ਕਈ ਵਾਰੀ ਅਸੀਂ ਗਲਤੀਆਂ ਕਰ ਜਾਂਦੇ, ਇਸ ਲਈ ਕਲਾਮ ਦੇ ਵਿੱਚ ਲਿਖਿਆ, ਜੋ ਬਾਤੋਂ ਮੇਂ ਖਤਾ ਨਾ ਕਰੇ वही कामिल है। सो प्रभु ने ऐसा हालात आ लैन दिता। प्रभु चाहता ते ये हालात आउंदे भी ना। जदों असीं इहो जिहियां चीज़ां नूं वेखदे हां कि प्रभु मौजूद भी है,
ਪਰ ਪ੍ਰਭੂ ਨੇ ਕੁਛ ਕੀਤਾ ਨਹੀਂ। ਉੱਥੇ ਪ੍ਰਭੂ ਸਾਨੂੰ ਕੋਈ ਸਿੱਖਿਆ ਦੇਣੀ ਚਾਹੁੰਦਾ, ਉਹ ਸਾਡੇ ਲਈ ਸਿੱਖਿਆ ਲਈ ਹੁੰਦਾ। ਐਸੀ ਨਹੀਂ ਗੱਲ ਕਿ ਪ੍ਰਭੂ ਦੇ ਹੁੰਦਿਆਂ ਹੋਇਆਂ ਵੀ ਕਮੀ ਆ ਗਈ ਹੈ। ਪ੍ਰਭੂ ਦੇ ਹੁੰਦਿਆਂ ਹੋਇਆਂ ਕਮੀ ਹੋਣ ਦਿੱਤੀ ਹੈ, ਔਰ ਇਹ ਸਿਰਫ ਉਹਨਾਂ ਲੋਕਾਂ ਦੇ ਲਈ ਨਹੀਂ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਵੱਡਾ ਮੌਜਜ਼ਾ ਕਰਕੇ ਉੱਥੇ ਕੋਈ ਆਪਣੇ ਨਾਮ ਨੂੰ ਉਸਤਤ ਦੇਣੀ ਸੀਗੀ। ਇਹ ਸਭ ਕੁਝ ਇਸ ਲਈ ਨਹੀਂ ਘਟਿਆ ਕਿ ਪ੍ਰਭੂ ਯਿਸੂ ਮਸੀਹ ਐਸੇ ਮੌਜਜ਼ੇ ਚੰਬੇ ਕਰਕੇ, ਜਿਵੇਂ ਅੱਜ ਇਨਸਾਨ ਮਹਿਮਾ ਲੈਣੀ ਚਾਹੁੰਦਾ ਆ, ਇੱਥੇ ਪ੍ਰਭੂ ਯਿਸੂ ਮਸੀਹ ਨੇ ਇਹ ਇਸ ਲਈ ਨਹੀਂ ਹੋਣ ਦਿੱਤਾ ਵੀ ਉਹ ਮਹਿਮਾ ਲੈਣੀ ਚਾਹੁੰਦਾ, ਬਲਕਿ ਬਾਈਬਲ ਦਾ ਵਚਨ ਕੱਲ, ਅੱਜ ਤੇ ਯੁੱਗੋ ਯੁੱਗ ਇੱਕੋ ਜਿਹਾ ਹੀ ਹੈ। ਇਹ ਬਦਲਦਾ ਨਹੀਂ, ਇਹ ਪੁਰਾਣਾ ਨਹੀਂ ਹੁੰਦਾ, ਇਹ ਹਮੇਸ਼ਾ ਤਾਜ਼ਾ ਰਹਿੰਦਾ। ਸੋ ਇਸ ਲਈ ਬਾਈਬਲ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ, ਉਹ ਉਸ ਸਮੇਂ ਦੇ ਲਈ ਵੀ ਹੈ, ਉਹ ਅੱਜ ਸਾਡੇ ਲਈ ਵੀ ਹੈ, ਤੇ ਆਉਣ ਵਾਲੇ ਕੱਲ ਲਈ ਵੀ ਹੈ। ਇਹ ਸਭ ਕੁਝ ਤੋਂ ਪ੍ਰਭੂ ਚਾਹੁੰਦਾ ਆ ਅਸੀਂ ਕੁਝ ਸਿੱਖਿਆ ਪ੍ਰਾਪਤ ਕਰੀਏ, ਇਸ ਸਭ ਤੋਂ ਅਸੀਂ ਕੁਝ ਹਾਸਲ ਕਰੀਏ। ਇਸ ਚਾਹਤ ਨੂੰ ਲੈ ਕੇ ਪਰਮੇਸ਼ਰ ਸਾਡੇ ਨਾਲ ਚੱਲਦਾ ਹੈ, ਤਾਂ ਕਿ ਉਹ ਹਰ ਗੱਲ ਦੇ ਵਿੱਚ ਸਾਨੂੰ ਕੁਝ ਨਾ ਕੁਝ ਸਮਝਾ ਸਕੇ। ਸੋ ਭੀੜ ਵੱਡੀ ਹੈ, ਲਿਖਿਆ ਫਿਰ। ਇਹਦਾ ਮਤਲਬ ਫਿਰ ਕਿਉਂ ਹੈ? ਕਿਉਂਕਿ ਪਹਿਲਾਂ ਵੀ ਇੱਕ ਭੀੜ ਇਕੱਠੀ ਹੋਈ ਸੀ, ਉੱਥੇ ਵੀ ਇਹ ਖਾਣੇ ਦਾ ਮਸਲਾ ਬਣਿਆ ਸੀ। ਉੱਥੇ 2 ਮੱਛੀਆਂ ਤੇ 5 ਰੋਟੀਆਂ ਸੀ, ਜਿਹੜੀਆਂ 5000 ਲੋਕ ਖਾਏ, ਰੱਜ ਗਏ। ਬਾਕੀ ਬਚਿਆ ਹੋਇਆਂ ਦੇ ਨੂੰ ਟੋਕਰਿਆਂ 'ਚ ਭਰਿਆ ਚੁੱਕਿਆ, 12 ਟੋਕਰੇ ਭਰੇ ਹੋਏ 12 ਸ਼ਾਗਿਰਦਾਂ ਦੇ ਹੱਥ ਲੱਗੇ, ਔਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਉਸਤਤ ਹੋਈ। ਔਰ ਐਸੀ ਇੱਕ ਭੀੜ ਫਿਰ ਹੈ, ਔਰ ਇੱਥੇ ਯਿਸੂ ਮਸੀਹ ਮੌਜੂਦ ਆ ਫਿਰ, ਲੇਕਿਨ ਫਿਰ ਵੀ ਪ੍ਰਭੂ ਯਿਸੂ ਮਸੀਹ ਜਦੋਂ ਇਹ ਸ਼ਬਦ ਕਹਿ ਰਹੇ ਆ, ਤੇ ਇੱਥੇ ਸਾਡੇ ਸਮਝਾਉਣ ਦੇ ਲਈ ਬੜਾ ਕੁਝ ਪਿਆ ਹੈ। पढ़ते हैं, तो उसने अपने चेलों को पास बुलाकर उनसे कहा। जे सोचिए ते फिर ਇਹ ਆ ਵੀ ਚੇਲਿਆਂ ਨੂੰ ਕੋਲ ਬੁਲਾ ਕੇ ਤੇ ਇਹ ਗੱਲ ਕਹਿਣ ਦੇ ਲਈ ਪ੍ਰਭੂ ਨੂੰ ਲੋੜ ਨਹੀਂ ਸੀ, ਜਾਂ ਇਸ ਕੰਮ ਦੇ ਵਿੱਚ ਪ੍ਰਭੂ ਨੂੰ ਕੋਈ ਸਹਾਇਤਾ ਦੀ ਵੀ ਲੋੜ ਨਹੀਂ ਸੀ, ਜਾਂ ਇੰਜ ਕਹਿ ਦਈਏ ਵੀ ਐਸਾ ਵੀ ਨਹੀਂ ਸੀ ਕਿ ਪ੍ਰਭੂ ਚੇਲਿਆਂ ਤੋਂ ਬਿਨਾਂ ਕਰ ਨਹੀਂ ਸੀ ਸਕਦਾ। ਸੋ ਵਚਨ 'ਚ ਲਿਖਿਆ ਪ੍ਰਭੂ ਦੀ ਬੁੱਧ ਨੂੰ ਕਿਹਨੇ ਜਾਣਿਆ, ਜਾਂ ਕੌਣ ਉਹਦਾ ਸਲਾਹੀ ਬਣਿਆ। ਸੋ ਤੇ ਕੰਮ ਕਰਨ ਦਾ ਤਰੀਕਾ ਇੱਕ ਅਲੱਗ ਢੰਗ ਦਾ ਆ, ਔਰ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਅੱਜ ਯਿਸੂ ਮਸੀਹ ਦੀ ਬੁੱਧ ਸਾਡੇ ਵਿੱਚ ਹੈ, ਤੇ ਉਹਦੀ ਬੁੱਧ ਕੰਮ ਕਰਦੀ ਹੈ। ਸੋ ਜਦੋਂ ਅਸੀਂ ਯਿਸੂ ਮਸੀਹ ਦੇ ਨਾਲ ਚੱਲਣਾ ਹੈ, ਲੰਬਾ ਸਮਾਂ ਤੱਕ ਚੱਲਣਾ ਹੈ, ਤੇ ਫਿਰ ਸਾਨੂੰ ਯਿਸੂ ਮਸੀਹ ਦੀ ਆਦਤ ਨੂੰ ਸਮਝਣਾ ਪੈਣਾ। ਕਿਸੇ ਨਾਲ ਵੀ ਚੱਲਣਾ ਹੋਵੇ ਲੰਬਾ ਸਮਾਂ, ਤੇ ਉਹਦਾ ਸਭ ਤੋਂ ਵੱਡਾ ਫਾਰਮੂਲਾ ਇਹ ਹੀ ਹੈ ਕਿ ਜਿਹਦੇ ਨਾਲ ਵੀ ਅਸੀਂ ਚੱਲਣਾ, ਉਹਦੀ ਆਦਤ ਨੂੰ ਸਮਝ ਲਈਏ। ਆਦਤ ਨੂੰ ਸਮਝ ਕੇ ਚੱਲਣ ਦਾ ਨਜ਼ਾਰਾ ਹੀ ਵੱਖਰਾ ਹੈ। ਆਦਤ ਨਾ ਸਮਝ ਆਵੇ ਤੇ ਕਈ ਵਾਰੀ ਕੁਝ ਮਿੰਟ ਹੀ ਕਿਸੇ ਦੇ ਨਾਲ ਚੱਲਣਾ ਔਖਾ ਹੋ ਜਾਂਦਾ। ਆਦਤ ਸਮਝ ਨਾ ਆਵੇ, ਕਈ ਵਾਰ ਕਿਸੇ ਦੇ ਨਾਲ ਘੰਟੇ ਬੱਧੀ ਚੱਲਣਾ ਔਖਾ ਹੋ ਜਾਂਦਾ। ਆਦਤ ਸਮਝ ਨਾ ਆਵੇ ਤੇ ਕਈ ਵਾਰੀ ਕਈਆਂ ਦੇ ਨਾਲ ਕੁਝ ਦਿਨ ਚੱਲਣਾ ਔਖਾ ਹੋ ਜਾਂਦਾ। ਸੋ ਜਦੋਂ ਆਦਤ ਸਮਝ ਆ ਜਾਵੇ, ਫਿਰ ਚੱਲਣਾ ਮੁਸ਼ਕਲ ਨਹੀਂ ਹੁੰਦਾ, ਕਿਉਂਕਿ ਆਦਤ ਸਮਝਣ ਦਾ ਮਤਲਬ ਸਿੱਧਾ ਸਿੱਧਾ ਇਹ ਆ, ਅਸੀਂ ਦੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਮਰਦ ਪ੍ਰਧਾਨ ਸਮਾਜ, ਤੇ ਤਕਰੀਬਨ ਔਰਤਾਂ ਨੂੰ ਸਮਝੌਤਾ ਕਰਨਾ ਪੈਂਦਾ। ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਨੂੰ ਹੀ ਸਮਝੌਤਾ ਕਰਨਾ, ਵਿਚਾਰੀਆਂ ਨੇ ਮੈਂ ਕਹੂੰਗਾ, ਔਰਤਾਂ ਨੂੰ ਹੀ ਸਮਝੌਤਾ ਕਰਨਾ ਪੈਂਦਾ। ਇਹ ਵੀ ਪਰਮੇਸ਼ਵਰ ਦੇ ਬੰਦੋਬਸਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੁੰਦਾ ਹੈ।
ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਨੂੰ ਸਮਝੌਤਾ ਕਰਨਾ ਪੈਂਦਾ। ਮਰਦ ਸਮਝੌਤਾ ਕਰਨ ਲਈ ਜਲਦੀ ਤਿਆਰ ਨਹੀਂ ਹੁੰਦਾ। ਮਿਸਾਲ ਦੇ ਤੌਰ ਦੇ ਉੱਤੇ ਤੁਹਾਡੇ ਲਾਗੇ ਕੋਈ ਆ ਕੇ ਸ਼ਰਾਬੀ ਕਬਾਬੀ ਬਹਿ ਜਾਵੇ, ਕੋਈ ਸਿਗਰਟ ਪੀਣ ਵਾਲਾ ਬਹਿ ਜਾਵੇ, ਤੁਹਾਡੇ ਮੂੰਹ ਦੇ ਲਾਗੇ ਹੋ ਕੇ ਗੱਲ ਕਰੇ ਤੇ ਮੇਰਾ ਖਿਆਲ ਤੁਸੀਂ ਉਹਦਾ ਮੂੰਹ ਫੜ ਕੇ ਪਰੇ ਨੂੰ ਕਰ ਦਿਓ ਵੀ ਆਪਣੀ ਜਿਹੜੀ ਆ ਹੜਵਾਹਟ ਨੂੰ ਮੇਰੇ ਤੋਂ ਪਰੇ ਕਰ। ਤੇਰੇ ਮੂੰਹ ਚੋਂ ਕਿੱਡੀ ਸਮੈਲ ਆ ਰਹੀ ਹੈ ਸਿਗਰਟਾਂ ਦੀ, ਤੇਰੇ ਮੂੰਹ ਚੋਂ ਕਿੱਡੀ ਸਮੈਲ ਆ ਰਹੀ ਹੈ ਸ਼ਰਾਬ ਦੀ। ਔਰ ਧੰਨ ਆ ਉਹ ਔਰਤਾਂ ਜਿਹੜੀਆਂ ਇਹੋ ਜਿਹੇ ਬਦਬੂਦਾਰ ਲੋਕਾਂ ਦੇ ਨਾਲ ਜ਼ਿੰਦਗੀ ਗੁਜ਼ਾਰ ਜਾਂਦੀਆਂ। ਪਤੀ ਦੀ ਆਦਤ ਗਾਲਾਂ ਕੱਢਣ ਦੀ ਹੈ, ਬਦਲੇ ਦੇ ਵਿੱਚ ਪਤਨੀ ਗਾਲਾਂ ਕੱਢ ਕੇ ਜ਼ਿੰਦਗੀ ਨਹੀਂ ਗੁਜ਼ਾਰਦੀ। ਤੇ ਜਿਹੜੀ ਗਾਲਾਂ ਕੱਢਣ ਲੱਗ ਪਵੇ ਫਿਰ ਉਹ ਜ਼ਿੰਦਗੀ ਗੁਜ਼ਰਦੀ ਨਹੀਂ। ਤੇ ਜਿਹਨੂੰ ਪਤਾ ਹੋਵੇ ਮੈਂ ਗੁਜ਼ਾਰਨੀ ਆ, ਉਹ ਫਿਰ ਉਹਦੀ ਆਦਤ ਨੂੰ ਪਾ ਲੈਂਦੀ ਹੈ ਤੇ ਉਹ ਸਮਝ ਲੈਂਦੀ ਇਹ ਤਾਂ ਕੰਮ ਆ, ਇਹਨੇ ਤੇ ਇਦਾਂ ਕਰਨਾ ਹੀ ਆ, ਇਹਦਾ ਕੰਮ ਖਿੱਚਣਾ ਆ, ਇਹਦਾ ਕੰਮ ਗਾਲਾਂ ਕੱਢਣਾ ਆ, ਇਹਦਾ ਕੰਮ ਸ਼ਰਾਬ ਪੀਣਾ, ਇਹਦਾ ਕੰਮ ਸਿਗਰਟਾਂ ਪੀਣਾ, ਇਹਦਾ ਕੰਮ ਜੂਆ ਖੇਡਣਾ, ਇਹਦਾ ਕੰਮ ਗੰਦੀ ਸੰਗਤ ਕਰਨਾ, ਇਹ ਤੇਰਾ ਕੰਮ ਆ, ਇਹਨੇ ਬਾਜ ਨਹੀਂ ਹੋਣਾ। ਪਰ ਮੈਂ ਹੁਣ ਜਦੋਂ ਆਪਣੇ ਆਪ ਨੂੰ ਇਹ ਸਮਰਪਣ ਕਰ ਦਿੱਤਾ, ਇਹਦੇ ਅਧੀਨ ਕਰ ਦਿੱਤਾ, ਤੇ ਮੈਂ ਤੇ ਜ਼ਿੰਦਗੀ ਚਲਾਉਣੀ ਆ, ਕਿਉਂਕਿ ਇਹਨੂੰ ਛੱਡ ਕੇ ਵੀ ਮੇਰਾ ਗੁਜ਼ਾਰਾ ਨਹੀਂ। ਜੇ ਮੈਂ ਛੱਡਦੀ ਤਾਂ ਵੀ ਉਂਗਲੀਆਂ ਮੇਰੇ ਉੱਤੇ ਉੱਠਣੀਆਂ। ਸਮਝੌਤਾ ਕਰਦੇ, ਸਮਝੌਤਾ ਮਜਬੂਰੀ ਨਹੀਂ ਆ ਖਾਲੀ, ਬਲਕਿ ਸਮਝੌਤਾ ਇਸ ਲਈ ਹੈ ਕਿ ਜ਼ਿੰਦਗੀ ਗੁਜ਼ਾਰਨੀ ਹੈ ਤੇ ਆਦਤ ਨੂੰ ਸਮਝ ਲਿਆ ਜਾਵੇ। ਤੇ ਫਿਰ ਆਦਤ ਜਦੋਂ ਸਮਝ ਆ ਜਾਂਦੀ ਹੈ ਤੇ ਫਿਰ ਜ਼ਿੰਦਗੀ ਗੁਜ਼ਰ ਜਾਂਦੀ। ਕਦੀ ਗੌਰ ਕਰਿਓ, ਤੁਸੀਂ ਸ਼ਰਾਬ ਨਾ ਪੀਂਦੇ ਹੋ ਤੇ ਤੁਹਾਡੀ ਤੀਵੀਂ ਸ਼ਰਾਬ ਪੀਂਦੀ ਹੋਵੇ, ਕਿੰਨੇ ਦਿਨ ਕੱਢੋਗੇ ਉਹਦੇ ਨਾਲ? ਤੁਸੀਂ ਸਿਗਰਟ ਨਾ ਪੀਂਦੇ ਹੋਵੇ, ਤੁਹਾਡੀ ਤੀਵੀਂ ਸਿਗਰਟ ਪੀਂਦੀ ਹੋਵੇ, ਕਿੰਨੇ ਟਾਈਮ ਕੱਢੋਗੇ ਉਹਦੇ ਨਾਲ? ਤੁਸੀਂ ਗਾਲਾਂ ਕੱਢਣ ਵਾਲੇ ਨਾ ਹੋ ਪਰ ਤੁਹਾਡੀ ਤੀਵੀਂ ਤੁਹਾਨੂੰ ਡੇਲੀ ਗਾਲਾਂ ਕੱਢੇ ਤੇ ਕਿੰਨਾ ਕੁ ਸਮਾਂ ਗੁਜ਼ਾਰ ਲਓਗੇ ਉਹਦੇ ਨਾਲ? ਕਿੰਨਾ ਕੁ ਚੱਲਣਾ ਸੁਖਾਲਾ ਹੋ ਜਾਵੇਗਾ? ਬੜਾ ਮੁਸ਼ਕਲ ਆ। ਪਰ ਜੇ ਆਦਤ ਸਮਝ ਆ ਜਾਵੇ ਤੇ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਐਸੇ ਮਰਦਾਂ ਨੂੰ ਵੀ ਮੈਂ ਜਾਣਦਾ, ਦੇਖਿਆ ਆ, ਜਿਹਨਾਂ ਨੂੰ ਔਰਤਾਂ ਨੇ ਐਨ ਤੀਰ ਵਾਂਗੂ ਸਿੱਧਾ ਕਰਕੇ ਰੱਖਿਆ ਆ, ਤੇ ਉਹ ਔਰਤ ਦੀ ਆਦਤ ਨੂੰ ਪਾ ਗਏ ਤੇ ਫਿਰ ਉਸ ਆਦਤ ਨੂੰ ਪਾਉਣ ਦਾ ਕਰਕੇ ਉਹਨਾਂ ਨੇ ਵੀ ਇਹ ਫੈਸਲਾ ਲੈ ਲਿਆ ਕਿ ਇਹਦੀ ਇਹ ਆਦਤ ਆ। ਉਹ ਆਦਤ ਨੂੰ ਜਾਣ ਗਏ ਤੇ ਉਹਦੇ ਨਾਲ ਉਹਨੇ ਜ਼ਿੰਦਗੀ ਨਿਭਾ ਗਏ। ਸੋ ਮੁੱਖ ਦੀ ਗੱਲ, ਜਿਸ ਪਰਮੇਸ਼ਵਰ ਦੇ ਨਾਲ ਅਸੀਂ ਚੱਲਣਾ ਔਰ ਅਸੀਂ ਚਾਹੁੰਦੇ ਕਿ ਉਹਦੇ ਨਾਲ ਲੰਬਾ ਸਮਾਂ ਚੱਲੀਏ, ਤੇ ਫਿਰ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੀ ਆਦਤ ਨੂੰ ਸਮਝੀਏ। ਇਹ 66 ਕਿਤਾਬਾਂ ਦੀ ਜਿਹੜੀ ਬਾਈਬਲ ਸਾਡੇ ਕੋਲ ਆ ਨਾ, ਇਹ ਜਿਹੜੀ ਖੁਦਾ ਦੇ ਪਵਿੱਤਰ ਆਤਮਾ ਦੇ ਦੁਆਰਾ ਲਿਖਾਈ ਗਈ, ਰਸੂਲਾਂ ਨਬੀਆਂ ਦੇ ਦੁਆਰਾ, ਸੰਤਾਂ ਦੇ ਦੁਆਰਾ ਲਿਖੀ ਗਈ, ਇਹ 66 ਕਿਤਾਬਾਂ ਦੇ ਵਿੱਚ ਪਰਮੇਸ਼ਵਰ ਨੇ ਆਪਣੀ ਆਦਤ ਨੂੰ ਹੀ ਸਾਨੂੰ ਸਮਝਾਇਆ। ਜੇ ਤੁਸੀਂ ਮੇਰੇ ਨਾਲ ਚੱਲਣਾ ਤੇ ਮੇਰੀ ਆਦਤ ਆ। ਤੁਹਾਨੂੰ ਮੇਰੀ ਆਦਤ ਸਮਝ ਕੇ ਮੇਰੇ ਨਾਲ ਚੱਲਣਾ ਪੈਣਾ। ਤੁਹਾਡੀ ਆਦਤ ਨੂੰ ਮੈਨੂੰ ਸਮਝਣ ਦੀ ਲੋੜ ਨਹੀਂ, ਕਿਉਂਕਿ ਤੁਸੀਂ ਤੇ ਮੇਰੀ ਬਣਾਈ ਹੋਈ, ਮੇਰੇ ਹੀ ਸਾਜੇ ਹੋਏ ਹੋ, ਤੁਸੀਂ ਤੇ ਮੇਰੀ ਰਚਨਾ ਹੋ। ਮੈਨੂੰ ਤੇ ਪਤਾ ਹੀ ਹੈ ਤੁਹਾਡੀ ਆਦਤ ਦਾ, ਆਦਤ ਹੀ ਪਤਾ ਵੀ ਤੁਸੀਂ ਕਦੋਂ ਆਉਣਾ ਤੇ ਕਦੋਂ ਕੀ ਕਰਨਾ, ਮੈਨੂੰ ਤੇ ਪਤਾ। ਪਰ ਜੇ ਤੁਸੀਂ ਚੱਲਣਾ ਤੇ ਮੇਰੇ ਨਾਲ ਚੱਲਣ ਦੀ ਇੱਕੋ ਸ਼ਰਤ ਆ ਕਿ ਤੁਹਾਨੂੰ ਮੇਰੀ ਆਦਤ ਨੂੰ ਸਮਝਣਾ ਪੈਣਾ। ਹਨੋਕ 300 ਸਾਲ ਪਰਮੇਸ਼ਵਰ ਦੇ ਨਾਲ ਚੱਲਦਾ ਰਿਹਾ। ਵਜ੍ਹਾ ਪਤਾ ਕੀ ਸੀ? ਪਰਮੇਸ਼ਵਰ ਦੀ ਆਦਤ ਤੋਂ ਵਾਕਿਫ ਸੀ। ਅਬਰਾਹਮ ਪਰਮੇਸ਼ਵਰ ਨੇ ਬੁਲਾਇਆ, ਲੰਬਾ ਸਮਾਂ ਪਰਮੇਸ਼ਵਰ ਦੇ ਨਾਲ ਚੱਲਿਆ। ਵਜ੍ਹਾ ਇੱਕੋ ਹੀ ਸੀ, ਪਰਮੇਸ਼ਵਰ ਦੀ ਆਦਤ ਨੂੰ ਸਮਝ ਗਿਆ ਸੀ। ਮੂਸਾ ਮੌਤ ਦੇ ਡਰ ਤੋਂ ਭੱਜ ਕੇ ਵਾਪਸ ਉਸੇ ਜਗ੍ਹਾ ਤੇ ਆ ਗਿਆ
ਇਸ ਲਈ ਕਿ ਪਰਮੇਸ਼ਵਰ ਦੀ ਆਦਤ ਨੂੰ ਸਮਝਦਾ ਸੀ। ਦਾਊਦ ਪਰਮੇਸ਼ਵਰ ਦੀ ਆਦਤ ਨੂੰ ਸਮਝਦਾ ਸੀ। ਜਿਹੜਾ ਵੀ ਸ਼ਖਸ ਪਰਮੇਸ਼ਵਰ ਦੀ ਆਦਤ ਨੂੰ ਸਮਝ ਜਾਵੇ, ਉਹਦੇ ਲਈ ਪਰਮੇਸ਼ਵਰ ਦੇ ਨਾਲ ਚੱਲਣਾ ਬੜਾ ਹੀ ਆਸਾਨ ਹੋ ਜਾਂਦਾ। ਆਮ ਤੁਸੀਂ ਸੁਣਿਆ ਹੋਣਾ ਲੋਕਾਂ ਦੇ ਵਿੱਚ ਆਮ ਗੱਲ ਕਹੀ ਜਾਂਦੀ, ਨਾ ਜੀ ਪਰਮੇਸ਼ਵਰ ਦੇ ਤੇ ਹੁਕਮ ਪੂਰੇ ਕਰਨੇ ਬੜੇ ਔਖੇ ਆ, ਪਰਮੇਸ਼ਵਰ ਦੇ ਤੇ ਹੁਕਮਾਂ ਦੇ ਤੇ ਚੱਲਣਾ ਬੜਾ ਔਖਾ, ਪਰਮੇਸ਼ਵਰ ਦੇ ਵਿੱਚ ਤੇ ਬਣੇ ਰਹਿਣਾ ਬੜਾ ਔਖਾ। ਕੌਣ ਇੰਨੀਆਂ ਗੱਲਾਂ ਨੂੰ ਪੂਰੀਆਂ ਕਰ ਸਕਦਾ? ਕੌਣ ਇੰਨੀਆਂ ਗੱਲਾਂ ਦੇ ਵਿੱਚ ਰਹਿ ਸਕਦਾ ਹੈ? ਕੌਣ ਇਦਾਂ ਕਰ ਸਕਦਾ ਹੈ? ਇਹ ਗੁਨਾਹ ਦੇ ਵਿੱਚ ਮਸਤ ਰਹਿਣ ਵਾਲੇ ਲੋਕਾਂ ਦੇ ਬਹਾਨੇ ਹੁੰਦੇ, ਜਦ ਕਿ ਪਰਮੇਸ਼ਵਰ ਦੁਨੀਆ ਵਿੱਚ ਜਿਹੜਾ ਸਭ ਤੋਂ ਸੌਖਾ ਕੰਮ ਹੈ ਨਾ, ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਸੌਖਾ ਕੰਮ ਆ, ਉਹ ਆ ਪਰਮੇਸ਼ਵਰ ਦੇ ਨਾਲ ਚੱਲਣਾ। ਸਭ ਤੋਂ ਸੌਖਾ ਕੰਮ, ਇਸ ਤੋਂ ਸੌਖਾ ਕੰਮ ਹੈ ਹੀ ਨਹੀਂ। ਸਿਰਫ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ, ਜਿਹਦੇ ਨਾਲ ਤੁਸੀਂ ਚੱਲ ਰਹੇ ਹੋ ਹੈ ਕੌਣ। ਤੁਹਾਨੂੰ ਉਹਦੀ ਆਦਤ ਦਾ ਪਤਾ ਹੋਣਾ ਚਾਹੀਦਾ, ਜਿਹਦੇ ਨਾਲ ਤੁਸੀਂ ਚੱਲ ਰਹੇ ਹੋ ਹੈ ਕੌਣ। ਤੁਹਾਨੂੰ ਪਤਾ ਹੋਣਾ ਚਾਹੀਦਾ, ਉਹ ਕਹਿ ਕੇ ਜਿਹੜਾ ਮੁੱਕਰਦਾ ਨਹੀਂ, ਅਸੀਂ ਉਹ 'ਤੇ ਭਰੋਸਾ ਕੀਤਾ ਆ, ਇਸ ਲਈ ਸਾਡਾ ਉਹਦੇ ਨਾਲ ਚੱਲਣਾ ਮੁਸ਼ਕਿਲ ਨਹੀਂ। ਉਹ ਬਲਦੀ ਅੱਗ ਦੀ ਭੱਠੀ ਦੇ ਵਿੱਚ ਵੀ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਆ, ਇਸ ਲਈ ਉਹ ਮੇਰੀ ਹਾਨੀ ਨਾ ਹੋਣ ਦੇਵੇਗਾ। ਇਸ ਲਈ ਉਹਦੇ ਨਾਲ ਚੱਲਣਾ ਕੋਈ ਔਖਾ ਹੀ ਨਹੀਂ। ਭਾਵੇਂ ਮੌਤ ਦੀ ਵਾਦੀ ਦੇ ਵਿੱਚੋਂ ਦੀ ਹੋ ਕੇ ਗੁਜ਼ਰਾਂ, ਪਰ ਨਾ ਡਰਾਂਗਾ, ਕਿਉਂਕਿ ਐ ਯਹੋਵਾ ਤੂੰ ਜੋ ਮੇਰੇ ਨਾਲ ਆ। ਇਹ ਜਾਣ ਲਈ ਤਿਆਰ ਆ ਮੌਤ ਦੀ ਵਾਦੀ ਦੇ ਵਿੱਚ। ਕਿਉਂ? ਉਹਦੀ ਆਦਤ ਤੋਂ ਵਾਕਿਫ ਹੈ, ਇਹਨੂੰ ਪਤਾ ਜੇ ਉਹ ਮੌਤ ਦੀ ਵਾਦੀ ਦੇ ਵਿੱਚ ਲੈ ਕੇ ਵੀ ਜਾਓ ਤਾਂ ਵੀ ਉਹਦੀ ਰਜਾ ਆ। ਲੇਕਿਨ ਇੱਕ ਗੱਲ ਪੱਕੀ ਹੈ, ਉਹ ਮੈਨੂੰ ਛੱਡੇਗਾ ਨਹੀਂ। ਇਸ ਲਈ ਜਿਹੜੇ ਬੇਦਿਲ ਹੁੰਦੇ ਆ ਪ੍ਰਭੂ ਦੇ ਵਿੱਚ ਆ ਕੇ, ਜਿਹੜੇ ਭਰੋਸਾ ਗਵਾ ਬੈਂਦੇ, ਜਿਨ੍ਹਾਂ ਦੇ ਵਿਸ਼ਵਾਸ ਦੇ ਵਿੱਚ ਗਿਰਾਵਟ ਆ ਜਾਂਦੀ, ਉਹਨਾਂ ਦੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਨਾ, ਉਹ ਇਹ ਹੀ ਹੈ। ਨੰਬਰ 1, ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਉੱਤੇ ਭਰੋਸਾ ਨਹੀਂ। ਨੰਬਰ 2, ਉਹਨਾਂ ਦੇ ਵਿੱਚ ਉਹ ਸਬਰ ਨਹੀਂ ਆ, ਜਿਹੜਾ ਸਬਰ ਇੱਕ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਦੇ ਵਿੱਚ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜਿਹਨੂੰ ਪਵਿੱਤਰ ਆਤਮਾ ਮਿਲਿਆ, ਅਗਰ ਉਹਦੇ ਵਿੱਚ ਸਬਰ ਨਹੀਂ, ਜਿਹਨੂੰ ਪਵਿੱਤਰ ਆਤਮਾ ਮਿਲਿਆ ਅਗਰ ਉਹਦੇ ਵਿੱਚ ਸਬਰ ਨਹੀਂ ਆ, ਤੇ ਫਿਰ ਉਹ ਟੈਸਟ ਕਰਵਾਵੇ ਵੀ ਜਿਹਨੂੰ ਪਵਿੱਤਰ ਆਤਮਾ ਸਮਝਦਾ ਆ, ਉਹ ਪਵਿੱਤਰ ਆਤਮਾ ਹੈ ਵੀ ਹੈ ਕਿ ਨਹੀਂ। ਕਿਉਂਕਿ ਜਦੋਂ ਪਵਿੱਤਰ ਆਤਮਾ ਮਿਲਦਾ, ਪਵਿੱਤਰ ਆਤਮਾ ਦੀਆਂ ਸਾਰੀਆਂ ਖੂਬੀਆਂ, ਸਾਰੇ ਗੁਣਾਂ ਦੇ ਨਾਲ ਮਿਲਦਾ। ਪਵਿੱਤਰ ਆਤਮਾ ਦੇ ਵਿੱਚ ਸਬਰ ਆ, ਸੰਯਮ ਆ, ਸਾਮਰਥ ਆ, ਹਰ ਚੀਜ਼ ਨੂੰ ਫੇਸ ਕਰਨ ਦੀ ਕੁਦਰਤ ਆ। ਔਰ ਜਿਹੜਾ ਮਨੁੱਖ ਪਵਿੱਤਰ ਆਤਮਾ ਪਾਇਆ ਹੋਇਆ ਹੋਵੇ ਤੇ ਉਹਦੇ 'ਚ ਸਬਰ ਨਾ ਹੋਵੇ, ਇਹਦਾ ਮਤਲਬ ਆ ਉਹ ਜਿਸ ਨੂੰ ਪਵਿੱਤਰ ਆਤਮਾ ਸਮਝਦਾ ਆ, ਉਹ ਫਿਰ ਪਵਿੱਤਰ ਆਤਮਾ ਹੈ ਨਹੀਂ। ਪਵਿੱਤਰ ਆਤਮਾ ਤੁਹਾਨੂੰ ਕਦੇ ਡੋਲਣ ਨਹੀਂ ਦੇ ਸਕਦਾ, ਉਹ ਤੁਹਾਨੂੰ ਕਦੇ ਹਾਰਨ ਨਹੀਂ ਦੇ ਸਕਦਾ। ਉਹ ਹਮੇਸ਼ਾ ਤੁਹਾਨੂੰ ਫਤਿਹਮੰਦ ਬਣਾਉਂਦਾ।
ਇਸ ਲਈ ਆਦਤ ਨੂੰ ਸਮਝੀਏ। ਪਹਿਲਾਂ ਸਭ ਤੋਂ ਪਹਿਲਾਂ ਕੀ ਕਰੀਏ, ਪਰਮੇਸ਼ਵਰ ਦੀ ਆਦਤ ਨੂੰ ਸਮਝੀਏ। ਚੰਗਾ ਭਲਾ ਨਾਲ ਚੱਲਦਾ ਚੱਲਦਾ ਉਹ ਕਈ ਵਾਰੀ ਥੋੜੀ ਦੇਰ ਸਾਈਡ ਨੂੰ ਹੋ ਜਾਂਦਾ, ਤੇ ਉਹਦਾ ਸਾਈਡ ਤੇ ਹੋਣਾ ਇਹ ਨਹੀਂ ਵੀ ਤੁਹਾਨੂੰ ਛੱਡ ਦਿੱਤਾ ਹੈ। ਤੇ ਜਿਹੜਾ ਇਹ ਸਮਝਦਾ, ਇਹਦਾ ਮਤਲਬ ਜੇ ਪਰਮੇਸ਼ਵਰ ਦੀ ਆਦਤ ਤੋਂ ਵਾਕਿਫ ਨਹੀਂ ਹੈ। ਮੇਰੀ ਦੋਤੀ ਅਜੇ ਮੇਰਾ ਖਿਆਲ ਮਹੀਨੇ ਦੀ ਹੋਈ, ਕੱਲ 1 ਮਹੀਨੇ ਦਾ ਬੱਚਾ। ਉਹਨੂੰ ਜਿੱਦਾਂ ਹੀ ਬੈੱਡ ਤੇ ਪਾ ਦਿੰਦੇ ਆ, ਅੱਧਾ ਕੁ ਮਿੰਟ ਜਾਂ ਮਿੰਟ ਵੀ ਨਹੀਂ ਕੱਢਦੀ, ਤੇ ਉੱਥੇ ਉਹ ਪਾਸੇ ਪਲਟਣ ਲੱਗ ਪੈਂਦੀ ਤੇ ਰੋਣ ਲੱਗ ਪੈਂਦੀ। ਉਹਨੂੰ ਚੁੱਕ ਲਓ ਗੋਦ ਦੇ ਵਿੱਚ, ਤੇ ਬੜੀ ਸੋਹਣੀ ਹੈ, ਮਹੀਨੇ ਦੀ ਬੱਚੀ ਹੈ। ਉਹਨੂੰ ਪਤਾ ਮੈਂ ਰੋਣਾ ਤੇ ਮੈਨੂੰ ਖੁਰਾਕ ਮਿਲਣੀ ਹੈ। ਹਾਲਾਂਕਿ ਉਹਦੇ ਕੋਲ ਬੁੱਧ ਆ, ਪਰ ਅਜੇ ਉਸ ਢੰਗ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੀ। ਕੰਨ ਆ, ਪਰ ਉਸ ਤਰੀਕੇ ਨਾਲ ਅਜੇ ਸਮਝ ਨਹੀਂ ਸਕਦੀ। ਅੱਖਾਂ ਆ, ਦੇਖਦੀ ਆ, ਪਰ ਕੁਛ ਪ੍ਰਤੀਕਿਰਿਆ ਜਿਹੜੀ ਹੋਣੀ ਚਾਹੀਦੀ ਹੈ ਉਹ ਅਜੇ ਹੈ ਨਹੀਂ। ਜ਼ੁਬਾਨ ਆ, ਪਰ ਬੋਲ ਨਹੀਂ ਸਕਦੀ। ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਉਹਦੇ 'ਚ ਹੈਗੀਆਂ। ਆਦਤ ਨੂੰ ਪਤਾ ਉਹਨੂੰ ਕਿ ਇਹਨਾਂ ਨੇ ਮੈਨੂੰ ਬੈੱਡ ਤੇ ਪਾਇਆ, ਹੁਣ ਮੈਂ ਇੱਧਰ ਉੱਧਰ ਪਾਸੇ ਲੈ ਕੇ ਤੇ ਥੋੜਾ ਜਿਹਾ ਆਪਣੇ ਚਿਹਰੇ ਦਾ ਮੂਡ ਵਿਗਾੜੂੰਗੀ ਤੇ ਥੋੜਾ ਰੋਊਂਗੀ ਤੇ ਇਹਨਾਂ ਨੇ ਮੈਨੂੰ ਚੁੱਕ ਲੈਣਾ। ਜਦੋਂ ਚੁੱਕ ਲੈਣ ਉਦੋਂ ਬੜੀ ਸੋਹਣੀ ਹੈ। 1 ਮਹੀਨੇ ਦੀ ਬੱਚੀ, 1 ਮਹੀਨੇ ਦੀ ਬੱਚੀ ਸਮਝ ਗਈ ਆ ਆਪਣੇ ਮਾਂ-ਬਾਪ ਨੂੰ, ਆਪਣੇ ਘਰਦਿਆਂ ਨੂੰ। ਉਹਨੂੰ ਪਤਾ ਮੈਂ ਰੋਈ ਤੇ ਇਹਨੂੰ ਪਤਾ ਮੇਰੇ ਰੋਣ ਦਾ ਕਾਰਨ ਕੀ ਹੈ, ਵੀ ਤੁਸੀਂ ਮੈਨੂੰ ਬੈੱਡ ਤੇ ਪਾ ਦਿੱਤਾ ਤੇ ਅਸੀਂ ਚੁੱਕ ਲੈਨੇ ਆ ਤੇ ਰੋਣਾ ਬੰਦ। ਆਦਤ ਸਮਝ ਗਈ। ਤੇ ਮੈਂ ਕੀ ਦੱਸਦਾ ਚਾਹੁੰਦਾ ਤੁਹਾਨੂੰ, ਪਰਮੇਸ਼ਵਰ ਦੀ ਆਦਤ ਨੂੰ ਸਮਝੋ। ਚੱਲਣਾ ਬੜਾ ਸੌਖਾ। ਅਸੀਂ ਕਹਿੰਦੇ ਨਹੀਂ ਸਾਨੂੰ ਤੇਰੀ ਆਦਤ ਉੱਤੇ ਨਾ ਕੋਈ ਲੈਣਾ ਦੇਣਾ ਨਹੀਂਗਾ, ਤੂੰ ਸਾਡੀ ਆਦਤ ਸਮਝ। ਤੇ ਜਿਹੜੇ ਫਿਰ ਆਪਣੀ ਆਦਤ ਸਮਝਾਉਂਦੇ ਆ, ਉਹ ਫਿਰ ਆਪਣੀਆਂ ਆਦਤਾਂ ਵਿੱਚ ਹੀ ਫਸ ਜਾਂਦੇ। ਇਸ ਲਈ ਇੱਕ ਬੱਚੇ ਨੂੰ ਜਦੋਂ ਪਤਾ ਹੈ ਨਾ, ਇੱਕ ਦੁੱਧ ਪੀਂਦੇ ਬੱਚੇ ਨੂੰ ਪਤਾ, ਤੇ ਹੁਣ ਜੇ ਅਸੀਂ ਪਰਮੇਸ਼ਵਰ ਦੇ ਨਾਲ ਚੱਲਣਾ ਤੇ ਸਾਨੂੰ ਪਰਮੇਸ਼ਵਰ ਬਾਰੇ ਪਤਾ ਹੋਣਾ ਚਾਹੀਦਾ ਕਿ ਜੇ ਉਹਨੇ ਮੈਨੂੰ ਮੇਰੇ ਨਾਲ ਚੱਲਦੇ ਚੱਲਦੇ ਮੇਰਾ ਹੱਥ ਛੱਡਿਆ ਆ, ਤੇ ਇਹਦਾ ਸਿੱਧਾ ਸਿੱਧਾ ਤਰੀਕਾ ਇਸ ਐਗਜ਼ਾਮਪਲ ਦੇ ਨਾਲ ਸਮਝ ਲੈਂਦੇ ਹੋ ਤੁਸੀਂ। ਬੱਚੇ ਨੂੰ ਜਦੋਂ ਅਸੀਂ ਤਰਾਉਣਾ ਸਿਖਾਉਂਦੇ ਨਾ, ਤੇ ਅਸੀਂ ਉਹਦਾ ਹੱਥ ਫੜ ਕੇ ਉਹਨੂੰ ਹੌਲੀ ਹੌਲੀ ਤਰਾਉਂਦੇ ਹਾਂ। ਅੱਜ ਕੱਲ੍ਹ ਦੇ ਵਾਕਰ ਵਗੈਰਾ ਆ ਗਏ, ਫਿਰ ਉਹ 'ਚ ਪਾ ਦਿੰਦੇ ਆ, ਉਹਦੇ ਨਾਲ ਤੁਰਦਾ ਹੈ। ਫਿਰ ਅਸੀਂ ਉਹਦੀ ਸ਼ੁਰੂ ਸ਼ੁਰੂ 'ਚ ਉਂਗਲੀ ਫੜ ਕੇ ਤੇ ਦੋਨੇ ਹੱਥ ਫੜ ਕੇ ਹੌਲੀ ਹੌਲੀ ਉਹਨੂੰ ਪ੍ਰੈਕਟਿਸ ਕਰਾਉਂਦੇ। ਪ੍ਰੈਕਟਿਸ ਕਰਾਉਂਦਿਆਂ ਕਰਾਉਂਦਿਆਂ ਜਦੋਂ ਅਸੀਂ ਉਹਦੇ ਹੱਥ ਫੜੇ ਹੁੰਦੇ ਆ ਤੇ ਉਹਦੇ ਹੱਥ ਨੂੰ ਛੱਡਦੇ ਨੇ, ਤੇ ਉਹ ਮਾਂ ਪਿਓ ਹੁਣ ਦੱਸੇ ਜਿਹੜਾ ਇਹ ਸਭ ਕੁਝ ਕਰ ਰਿਹਾ ਹੋਵੇ ਤੇ ਹੱਥ ਛੱਡ ਦੇਵੇ, ਤੇ ਬੱਚੇ ਨੂੰ ਚੱਕੇ ਉਦੋਂ ਜਦੋਂ ਉਹ ਮੂੰਹ ਮੂੰਹ ਡਿੱਗੇ ਤੇ ਉਹਦਾ ਨੱਕ ਮੂੰਹ ਪਾੜ ਜਾਵੇ। ਇਦਾਂ ਦਾ ਕੋਈ ਨਹੀਂ, ਇਦਾਂ ਦਾ ਮਾਂ-ਬਾਪ ਕੋਈ ਨਹੀਂ। ਬਲਕਿ ਉਹ ਹੱਥ ਫੜਿਆ ਹੁੰਦਾ ਤੇ ਬੱਚੇ ਨੂੰ ਤਰਾਉਂਦੇ ਆ ਤੇ ਥੋੜੀ ਜਿਹੀ ਛੱਡਦੇ ਆ, ਜਦੋਂ ਦੇਖਦੇ ਵੀ ਨਹੀਂ ਉਹਦਾ ਬੈਲੈਂਸ ਹੀ ਬਣਿਆ, ਨਾਲ ਹੀ ਫੜ ਲੈਂਦੇ। ਇੱਕ ਸਰੀਰਕ ਰਿਸ਼ਤਾ ਹੋਣ ਦੇ ਨਾਤੇ ਅਸੀਂ ਬੱਚੇ ਦੀ ਹਾਨੀ ਕਦੇ ਨਹੀਂ ਚਾਹੁੰਦੇ। ਉਹ ਜਿਹਦੇ ਨਾਲ ਆਤਮਿਕ ਰਿਸ਼ਤਾ ਅਸੀਂ ਬਣਾਇਆ, ਉਹ ਜਿਹੜਾ ਸਾਡਾ ਆਤਮਿਕ ਪਿਤਾ ਪਰਮੇਸ਼ਵਰ ਆ, ਉਹ ਜਿਹਨੇ ਸਾਡੇ ਪ੍ਰਾਣ ਤੇ ਆਤਮਾ ਨੂੰ ਸਾਡੇ ਸਰੀਰ ਦੇ ਵਿੱਚ ਰਚਿਆ,
ਜੇ ਅਸੀਂ ਨਹੀਂ ਛੱਡਦੇ ਤੇ ਪਿਆਰੇ ਜੀਜੋ ਤੁਸੀਂ ਮੈਨੂੰ ਦੱਸੋ, ਜੇ ਅਸੀਂ ਨਹੀਂ ਛੱਡਦੇ ਤੇ ਉਹ ਛੱਡ ਸਕਦਾ? ਲਿਖਿਆ ਵਚਨ ਦੇ ਵਿੱਚ, ਤੇਰੀ ਜਨਮ ਦੇਣ ਵਾਲੀ ਮਾਂ ਭਾਵੇਂ ਤੈਨੂੰ ਛੱਡ ਦੇਵੇ, ਪਰ ਮੈਂ ਤੇਰਾ ਸਿਰਜਣਹਾਰ ਪਰਮੇਸ਼ਵਰ ਤੈਨੂੰ ਕਦੇ ਨਾ ਛੱਡਾਂਗਾ। ਮੈਂ ਤੇਰੀ ਤਸਵੀਰ ਨੂੰ ਆਪਣੇ ਹੱਥਾਂ ਉੱਤੇ ਉਕਰਿਆ ਹੋਇਆ। ਤੇ ਸਿੱਧਾ ਸਿੱਧਾ ਮਤਲਬ ਕੀ ਹੈ? ਜੇ ਉਹ ਬਿਆਬਾਨ ਦੇ ਵਿੱਚ ਸਾਡਾ ਹੱਥ ਛੱਡਦਾ ਤੇ ਉਹਦੇ ਹੱਥ ਛੱਡਣ ਦਾ, ਸਾਡੇ ਤੋਂ ਛਡਾਉਣ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਡਿੱਗ ਜਾਈਏ ਇਸ ਲਈ ਉਹਨੇ ਹੱਥ ਛੱਡਿਆ, ਬਲਕਿ ਵਿਰੋਧੀ ਨੂੰ ਸ਼ਰਮਿੰਦਾ ਕਰਨ ਦੇ ਲਈ ਉਹ ਸਾਡਾ ਹੱਥ ਛੱਡਦਾ। ਕਿਉਂਕਿ ਵਿਰੋਧੀ ਕਹਿੰਦਾ ਤੂੰ ਨਾਲ ਆ ਨਾ, ਇਹ ਤਾਂ ਕਰਕੇ ਦਲੇਰੀ ਹੋ, ਤੂੰ ਨਾਲ ਆ ਤਾਂ ਕਰਕੇ ਮੈਨੂੰ ਅੱਖਾਂ ਦਿਖਾਉਂਦਾ ਹੀ ਹੋ, ਤੂੰ ਥੋੜਾ ਜਿਹਾ ਕਿਨਾਰਾ ਕਰ, ਫਿਰ ਵੇਖ ਮੈਂ ਇਹਦੀਆਂ ਕਿੱਦਾਂ ਬੁੱਚੀਆਂ ਪਵਾਉਣਾ। ਤੇ ਪਰਮੇਸ਼ਵਰ ਨਾਲ ਰਹਿ ਕੇ ਇੱਕ ਸ਼ਾਗਿਰਦ ਨੂੰ ਤਿਆਰ ਕਰਦਾ ਹੈ, ਤੇ ਇੱਕ ਸ਼ਾਗਿਰਦ ਨੂੰ ਤਿਆਰ ਕਰਨ ਦੇ ਪਿੱਛੇ ਦੀ ਜਿਹੜੀ ਭਾਵਨਾ ਸਿਰਫ ਇੱਕੋ ਹੀ ਆ, ਇਸੇ ਸ਼ੈਤਾਨ ਨੂੰ ਉਹ ਚਾਹੁੰਦਾ ਆ ਮੇਰਾ ਸ਼ਾਗਿਰਦ ਗੋਡਿਆਂ ਦੇ ਥੱਲੇ ਲਵੇ। ਔਰ ਕਦੋਂ ਉਂਗਲੀ ਛੱਡ ਕੇ ਪਰੇ ਹੁੰਦਾ? ਜਦੋਂ ਉਹਨੂੰ ਆਪਣੇ ਸ਼ਾਗਿਰਦ ਦੇ ਉੱਤੇ ਪੂਰਨ ਭਰੋਸਾ ਹੁੰਦਾ, ਹੁਣ ਇਹਨੂੰ ਰਗੜ ਸਕਦਾ, ਉਦੋਂ ਛੱਡਦਾ ਹੀ। ਤੇ ਅਸੀਂ ਚੀਕਾਂ ਮਾਰਨ ਲੱਗ ਪੈਨੇ, ਹਾਏ ਪ੍ਰਭੂ ਛੱਡ ਕੱਲ ਹੀ ਦਿੱਤਾ, ਹਾਏ ਪ੍ਰਭੂ ਸਾਈਡ ਤੇ ਕੱਲ ਹੀ ਹੋ ਗਿਆ, ਹਾਏ ਪ੍ਰਭੂ ਸਾਨੂੰ ਬਚਾ ਲਾ। ਜਦੋਂ ਅਸੀਂ ਇਦਾਂ ਕਰਦੇ ਆ ਨਾ, ਯਾਦ ਰੱਖੋ ਅਸੀਂ ਆਪਣੇ ਅਣਖ ਵਾਲੇ ਪਰਮੇਸ਼ਵਰ ਨੂੰ ਸ਼ੈਤਾਨ ਦੇ ਸਾਹਮਣੇ ਸ਼ਰਮਿੰਦਾ ਕਰਦੇ ਹਾਂ। ਅਗਲਾ ਸਾਡੇ ਪਿਤਾ ਦੇ ਵੱਲ ਮੂੰਹ ਕਰਕੇ ਗੱਲ ਕਰਦਾ ਤੇ ਕਹਿੰਦਾ ਆਹ ਹੀ ਸੀ, ਆਹ ਹੀ ਸੀ ਜਿਹਨੂੰ ਤੂੰ ਦਿੱਤਾ ਸੀ ਘਰ ਤੇ ਬੜੀਆਂ ਗਵਾਹੀਆਂ ਦਿੰਦਾ ਸੀ, ਆਹ ਹੀ ਸੀ ਜਿਹਨੂੰ ਦਿੱਤੀ ਸੀ ਚੰਗਿਆਈ ਤੇ ਬੜੀਆਂ ਗਵਾਹੀਆਂ ਦਿੰਦਾ ਸੀ, ਆਹ ਹੀ ਆ ਦੇਖ ਲਾ ਮਾੜਾ ਕਿ ਮੈਂ ਰਗੜਿਆ ਹੀ ਉਹ। ਤੇ ਚੀਕਾਂ ਨਿਕਲ ਗਈਆਂ। ਇੱਕ ਬਾਪ ਆਪਣੇ ਬੱਚੇ ਨੂੰ ਭਲਵਾਨ ਬਣਾਉਣਾ ਚਾਹੁੰਦਾ ਹੋਵੇ ਔਰ ਪੂਰੀ ਮਿਹਨਤ ਲਾ ਦੇਵੇ, ਇਸ ਆਸ਼ਾ ਦੇ ਨਾਲ ਉਹਨੂੰ ਖਾੜੇ ਦੇ ਵਿੱਚ ਉਤਾਰੇ ਕਿ ਅਖਾੜੇ ਵਿੱਚ ਜਦੋਂ ਉਤਰੇ ਤੇ ਇਹ ਜਿੱਤ ਪਾ ਕੇ ਆਵੇ, ਤੇ ਕੀ ਉਹ ਬਾਪ ਜਿਹਨੇ ਅਖਾੜੇ ਦੇ ਵਿੱਚ ਆਪਣੇ ਪੁੱਤਰ ਨੂੰ ਉਤਾਰਿਆ, ਉਹਨੂੰ ਪਤਾ ਨਹੀਂ ਇਹਦੇ ਘਸੁੰਨ ਪੈਣੇ ਆ, ਉਹਨੂੰ ਪਤਾ ਨਹੀਂ ਇਹਦੇ ਸੱਟ ਪੇਟ ਲੱਗਣੀ ਆ, ਉਹਨੂੰ ਪਤਾ ਨਹੀਂ ਇਹਦੀ ਜਾਨ ਦੀ ਵੀ ਹਾਨੀ ਹੋ ਸਕਦੀ ਹੈ, ਉਹਨੂੰ ਪਤਾ, ਪਰ ਫਿਰ ਵੀ ਆਪਣੇ ਪੁੱਤਰ ਨੂੰ, ਜਿਹਨੂੰ ਉਹ ਚਾਹੁੰਦਾ ਕਿ ਯੋਧਾ ਬਣੇ, ਉਹਨੂੰ ਖਾੜੇ ਦੇ ਵਿੱਚ ਲੈ ਕੇ ਆਉਂਦਾ। ਔਰ ਹੁਣ ਜਦੋਂ ਸਾਹਮਣੇ ਵਾਲੇ ਭਲਵਾਨ ਨੂੰ ਪੁੱਤਰ ਹਰਾ ਕੇ ਬਾਪ ਦੇ ਕੋਲ ਆਉਂਦਾ ਤੇ ਬਾਪ ਦਾ ਸੀਨਾ ਚੌੜਾ ਹੋ ਜਾਂਦਾ ਫਖਰ ਦੇ ਨਾਲ, ਮੇਰਾ ਬੇਟਾ ਫਤਿਹਮੰਦ ਹੋ ਕੇ ਆਏ, ਮੇਰਾ ਬੇਟਾ ਜੈ ਪਾ ਕੇ ਆਏ। ਤੇ ਉਦੋਂ ਕਿੰਨੀ ਸ਼ਰਮਿੰਦਗੀ ਹੁੰਦੀ ਹੋਊਗੀ ਉਸੇ ਹੀ ਬਾਪ ਨੂੰ, ਜਿਹਨੂੰ ਖਾੜੇ 'ਚ ਉਤਾਰਨ ਤੋਂ ਪਹਿਲਾਂ ਬਾਪ ਨੇ ਪੂਰੀ ਤਰ੍ਹਾਂ ਘਿਓ ਦੇ ਪੀਪੇ ਚੜਾਏ ਹੋਣ, ਬਦਾਮ ਖਵਾਏ ਹੋਣ, ਪੂਰੀ ਤਿਆਰੀ ਕਰਵਾਈ ਹੋਵੇ, ਚੰਗੇ ਕੋਚਾਂ ਦੇ ਹੱਥ ਦੇ ਵਿੱਚ ਦਿੱਤਾ ਹੋਵੇ, ਤੇ ਜਦੋਂ ਉਹ ਹਾਰਦਾ ਨਾ, ਤੇ ਜਿਹਨੇ ਹਰਾਇਆ ਹੁੰਦਾ ਉਹਦੇ ਵੱਲ ਫਿਰ ਅੱਖ ਕਰਨੀ ਜਿਹੜੀ ਨਾ, ਉਹ ਬੜੀ ਮੁਸ਼ਕਲ ਹੁੰਦੀ ਹੈ। ਔਰ ਪਿਤਾ ਦੀ ਅੱਖ ਫਿਰ ਉਹਦੇ ਅੱਗੇ
ਝੁਕਣ ਵਾਲੀ ਗੱਲ ਆ, ਤੇ ਸਰੀਰਕ ਪਿਤਾ ਦੀ ਤੇ ਝੁਕੀ ਜਾਂਦੀ ਹੈ, ਤੇ ਜਦੋਂ ਅਸੀਂ ਆਤਮਿਕ ਪਿਤਾ ਦੀ ਗੱਲ ਕਰੀਏ ਤੇ ਫਿਰ ਹਿਸਾਬ ਲਾਈਏ, ਜਿਹਨੂੰ ਕੋਈ ਝੁਕਾ ਨਹੀਂ ਸਕਦਾ, ਜਿਹਨੂੰ ਝੁਕਾਉਣ ਵਾਲਾ ਕੋਈ ਜੰਮਿਆ ਨਹੀਂ, ਜਦੋਂ ਅਸੀਂ ਉਹਦੀ ਆਦਤ ਨੂੰ ਨਹੀਂ ਜਾਣਦੇ ਤੇ ਫਿਰ ਇਦਾਂ ਦੀਆਂ ਨਲਾਇਕੀਆਂ ਜਦੋਂ ਕਰਦੇ ਆ, ਉਦੋਂ ਅਸੀਂ ਆਪਣੇ ਪਿਤਾ ਨੂੰ ਇੱਕ ਤਰ੍ਹਾਂ ਜੇ ਸਰੀਰਕ ਐਗਜ਼ਾਮਪਲ ਲਈਏ ਤੇ ਸ਼ੈਤਾਨ ਦੇ ਅੱਗੇ ਸ਼ਰਮਿੰਦਿਆਂ ਕਰਦੇ ਆ। ਔਰ ਉਸ ਸ਼ਾਗਿਰਦ ਦੇ ਉੱਤੇ ਫਿਰ ਪਰਮੇਸ਼ਰ ਕਿੰਨਾ ਕੁ ਖੁਸ਼ ਹੁੰਦਾ ਹੋਊਗਾ। ਅੱਗੇ ਉਹਦੇ ਉੱਤੇ ਕੀ ਭਰੋਸਾ ਰੱਖੂਗਾ। ਇਸ ਲਈ ਪਰਮੇਸ਼ਰ ਆਪ ਹੋਣ ਦਿੰਦਾ। ਇੱਥੇ ਜੋ ਕੁਝ ਕਰ ਰਿਹਾ ਨਾ ਪ੍ਰਭੂ, ਇਹ ਹੋਣ ਦਿੱਤਾ। ਤੇ ਉਸੇ ਲਾਈਨ ਨੂੰ ਪੜ੍ਹ ਕੇ ਸਮਾਪਤ ਕਰਾਂਗੇ। ਫਿਰ ਕੱਲ ਖੁਦਾ ਨੇ ਅਗਰ ਮੌਕਾ ਦਿੱਤਾ, ਇਸੇ ਤਰ੍ਹਾਂ ਜ਼ਿੰਦਗੀ ਰਹੀ ਤੇ ਪ੍ਰਭੂ ਦੀ ਆਮਦ ਦੇ ਵਿੱਚ ਅਗਰ ਦੇਰੀ ਆ, ਤੇ ਫਿਰ ਇਹਦੇ ਅਗਲੇ ਹਿੱਸੇ ਨੂੰ ਸਿੱਖਾਂਗੇ। ਲਾਈਨ ਅਸੀਂ ਇੱਕ ਪੜ੍ਹੀ ਸੀਗੀ, ਮਰਕਸ ਦੀ ਅੰਜੀਲ 8 ਅਧਿਆਏ, ਉਹਦੀ ਪਹਿਲੀ ਲਾਈਨ, जब फिर भीड़ इकट्ठी हुई, उनके पास कुछ खाने को ना था। ये उंगली छड़ी है, जे चाहता तो थोड़ा आंदी ना, वो जिन्ना का कट्ठा कुट्ठा करके लगाए सी ना, जिन्ना का कट दे परमेश्वर उन्ना की फिर भर सकता सी। लेकिन इत्थे थोड़े आउण दित्ती, क्योंकि प्रभु ने मन दे विच ठाणिया ਅੱਜ ਮੈਂ ਇਹਨਾਂ ਦੇ ਵਿੱਚ ਕੁਝ ਕਰਾਂ ਤਾਂ ਕਿ ਇਹਨਾਂ ਦਾ ਵਿਸ਼ਵਾਸ ਹੋਰ ਵਧੇ। ਇਸ ਲਈ ਜਦੋਂ ਕਮਜ਼ੋਰੀਆਂ, ਬਿਮਾਰੀਆਂ, ਲਾਚਾਰੀਆਂ ਇਹ ਸਭ ਆਉਂਦੀਆਂ ਆ, ਉਦੋਂ ਸਮਝ ਲਿਆ ਕਰੋ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਕੁਝ ਕਰਨ ਜਾ ਰਿਹਾ ਹੈ। ਇਸ ਲਈ ਖੁਦਾ ਦਾ ਦਾਸ ਸੰਤ ਪੌਲੁਸ ਫਖਰ ਦੇ ਨਾਲ ਕਹਿੰਦਾ, ਜਦੋਂ ਕਹਿੰਦਾ ਮੈਂ ਨਿਰਬਲ ਹੁੰਦਾ ਨਾ, ਜਦੋਂ ਮੈਂ ਕਮਜ਼ੋਰ ਹੁੰਦਾ, ਉਦੋਂ ਹੀ ਤਾਕਤਵਰ ਹੁੰਦਾ ਹੈ। ਸੋ ਇਸ ਲਈ ਕਈ ਵਾਰੀ ਪਰਮੇਸ਼ਰ ਪੂਰਾ ਖਾਲੀ ਕਰ ਦਿੰਦਾ, ਤੇ ਪੂਰਾ ਖਾਲੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਪਰਮੇਸ਼ਰ ਸਾਡੇ ਤੇ ਕ੍ਰੋਧਵਾਨ ਹੋ ਗਿਆ। ਉਹ ਪੂਰਾ ਖਾਲੀ ਕਰਕੇ ਪੂਰਾ ਭਰਦਾ ਹੀ ਉਹ। ਤੇ ਜਦੋਂ ਪੂਰਾ ਭਰਦਾ ਨਾ, ਉਦੋਂ ਨਜ਼ਾਰੇ ਕੁਝ ਹੋਰ ਹੁੰਦਾ ਹੀ। ਅਸੀਂ ਖਾਲੀ ਹੋਣ ਤੋਂ ਡਰਦੇ, ਖਾਲੀ ਨਾ ਹੋ ਜਾਏ ਪ੍ਰਭੂ, ਖਾਲੀ ਨਾ ਹੋ ਜਾਏ ਪ੍ਰਭੂ, ਖਾਲੀ ਨਾ ਹੋ ਜਾਏ ਪ੍ਰਭੂ, ਖਾਲੀ। ਉਹਨੇ ਹੋਣ ਦਿੱਤਾ ਕਿਉਂਕਿ ਕੁਝ ਕਰਨਾ ਚਾਹੁੰਦਾ, ਦੁਨੀਆ ਨੂੰ ਕੁਝ ਸੁਨੇਹਾ ਦੇਣਾ ਚਾਹੁੰਦਾ। ਤੇ ਅਸੀਂ ਆਪਣੀਆਂ ਕਮਜ਼ੋਰੀਆਂ ਦਾ ਕਰਕੇ ਉਹ ਪ੍ਰਭੂ ਸਾਡਾ ਜਿਹੜਾ ਦੁਨੀਆ ਨੂੰ ਕੁਝ ਸੁਨੇਹਾ ਦੇਣਾ ਚਾਹੁੰਦਾ, ਅਸੀਂ ਰੋਕ ਦਿੰਨੇ ਆ। ਅਸੀਂ ਰੋਕ ਦਿੰਨੇ, ਗੁਨਾਹ ਕਰਦੇ ਆ ਇੱਥੇ ਆ ਕੇ, ਜਦ ਕਿ ਸਾਨੂੰ ਚਾਹੀਦਾ ਪਿਤਾ ਤੇਰੀ ਇੱਛਾ ਪੂਰੀ ਹੋਵੇ, ਜੋ ਤੁਸੀਂ ਚਾਹੁੰਦੇ ਹੋ ਉਹ ਹੋਵੇ। ਅਗਰ ਮੇਰਾ ਨਿਰਬਲ ਹੋਣਾ ਤੇਰੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਆ, ਤੇ ਮੈਨੂੰ ਨਿਰਬਲ ਹੋਣ ਦੇ। ਅਗਰ ਮੇਰਾ ਬਿਮਾਰ ਹੋਣਾ ਤੇਰੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਆ, ਤੇ ਮੈਨੂੰ ਬਿਮਾਰ ਹੋਣ ਦੇ। ਅਗਰ ਮੇਰਾ ਗਰੀਬ ਹੋਣਾ ਤੇਰੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਆ, ਤੇ ਮੈਨੂੰ ਗਰੀਬ ਹੋਣ ਦੇ। ਅਗਰ ਤੇਰਾ ਮਕਸਦ ਮੇਰੀ ਆਪਣੀ ਮਹਿਮਾ ਨੂੰ ਪ੍ਰਗਟ ਕਰਨਾ ਆ ਕਿ ਮੈਂ ਜੇਲ੍ਹ 'ਚ ਜਾਵਾਂ, ਤੇ ਮੈਨੂੰ ਜਾਣ ਦੇ। ਪਰ ਅਸੀਂ ਡਰ ਜਾਂਦੇ, ਬਣੂਗਾ ਕੀ? ਤੇ ਪ੍ਰਭੂ ਨੂੰ ਲੋੜ ਨਹੀਂ ਸੀ ਚੇਲਿਆਂ ਨੂੰ ਬੁਲਾਉਂਦਾ, ਚੇਲਿਆਂ ਕੋਲ ਮਦਦ ਥੋੜੀ ਮੰਗਣ ਲਈ ਪ੍ਰਭੂ ਨੇ ਬੁਲਾਇਆ। ਕੀ ਲਿਖਿਆ ਪੜਿਆ ਸੀ, तो उसने अपने चेलों को पास बुलाकर उनसे कहा। तो चेलियों को मदद नहीं मंगन दिया प्रभु यीशु मसीह। अगली लाइन पढ़ते हैं, मुझे इस भीड़ पर तरस आता है। तेरा दूजा रूप भला की है, मैनू तो आया ही तरस। की तुहानू भी आया? जिहड़ा तरस मेरे विच आ इस भीड़ दे लई, ਕੀ ਤੁਹਾਡੇ ਵਿੱਚ ਵੀ ਉਹ ਤਰਸ ਆਇਆ? ਪ੍ਰਭੂ ਚੇਲਿਆਂ ਨੂੰ ਇਹ ਸਮਝਾਉਣਾ ਚਾਹੁੰਦਾ। ਰੋਟੀਆਂ ਦਾ ਮਸਲਾ ਨਹੀਂ ਉੱਥੇ, ਭੁੱਲ ਜਾਓ, ਦਿਮਾਗ ਚੋਂ ਕੱਢ ਦਿਓ। ਮਸਲਾ ਰੋਟੀਆਂ ਦਾ ਨਹੀਂ, ਮਸਲਾ ਇਹ ਆ ਤਰਸਵਾਨ ਪਰਮੇਸ਼ਵਰ
ਆਪਣੇ ਤਰਸ ਨੂੰ ਪ੍ਰਗਟ ਕਰਨਾ ਚਾਹੁੰਦਾ। ਉਹ ਦੱਸਣਾ ਚਾਹੁੰਦਾ ਤੁਹਾਡੇ ਲਈ ਮੇਰੇ ਮਨ ਦੇ ਵਿੱਚ ਕਿੰਨਾ ਤਰਸ ਹੈ। ਉਹ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਭੁੱਖਿਆਂ ਵਿਦਿਆ ਕਰ ਸਕਦਾ ਨਹੀਂ, ਲੇਕਿਨ ਪ੍ਰਭੂ ਜਾਣਨਾ ਚਾਹੁੰਦਾ ਇਹ ਜਿਹੜੇ ਮੇਰੇ ਨਾਲ ਚੱਲਦੇ ਆ ਰਹੇ ਆ, ਪ੍ਰਭੂ ਸਾਨੂੰ ਦੱਸਣਾ ਚਾਹੁੰਦਾ ਇੱਥੇ ਇਹ ਸਾਡੇ ਲਈ ਇਹ ਵਚਨ ਅਗੰਮ ਗਿਆਨੀ ਦੇ ਪਹਿਲਾਂ ਹੀ ਜਾਣਦਾ। ਇਹਨਾਂ ਦੇ ਨਾਲ ਇਸ ਵਾਰਤਾ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਸਾਡੇ ਤੱਕ ਇਹ ਸੰਦੇਸ਼ ਦੇਣਾ ਚਾਹੁੰਦਾ। ਇਹ ਦੱਸਣਾ ਚਾਹੁੰਦਾ ਆ ਜੈਸਾ ਤਰਸ ਮੇਰੇ ਲੋਕਾਂ ਦੇ ਲਈ ਮੇਰੇ ਵਿੱਚ ਆ, ਵੈਸਾ ਹੀ ਜਿਨ੍ਹਾਂ ਨੇ ਮੇਰੇ ਨਾਲ ਚੱਲਣਾ ਉਹਨਾਂ ਦੇ ਵਿੱਚ ਹੋਣਾ ਚਾਹੀਦਾ। ਇਸ ਲਈ ਇਹ ਵਚਨ ਸਾਡੀ ਸਿੱਖਿਆ ਦੇ ਲਈ, ਤਾਂ ਕਿ ਅਸੀਂ ਇਹ ਤੋਂ ਇੱਕ ਸਿੱਖਿਆ ਲਈਏ, क्योंकि ये 3 दिन से बराबर मेरे साथ हैं। एक घर बार छड़ के बेचारे आए हुए 3 दिनों तो प्रभु यसु मसीह दे नाल 3 दिन 3 रात, ते हुण इन्हां ने ਇਹ ਸਮਾਂ ਦੇ ਕੇ ਪ੍ਰਭੂ ਦੇ ਲਈ ਇੱਕ ਕੁਰਬਾਨੀ ਕੀਤੀ, ਔਰ ਪ੍ਰਭੂ ਕਿਸੇ ਦਾ ਰਿਣ ਰੱਖਦਾ ਨਹੀਂ। ਇਹ ਉਹਦੀ ਖੂਬੀ। ਤੇ ਜਿਹੜੇ ਸਭ ਕੁਝ ਛੱਡ ਕੇ 3 ਦਿਨ ਤੋਂ ਪ੍ਰਭੂ ਦੇ ਨਾਲ ਆ, ਹੁਣ ਇਹ ਤੇ ਹੋ ਨਹੀਂ ਸਕਦਾ ਕਿ ਪ੍ਰਭੂ ਉਹਨਾਂ ਨੂੰ ਭੁੱਖਿਆਂ ਵਿਦਿਆ ਹੀ ਕਰ ਦੇਵੇ। ਹੋ ਹੀ ਨਹੀਂ ਸਕਦਾ। ਤੇ ਹੁਣ ਪ੍ਰੀਖਿਆ ਕਿਹਨਾਂ ਦੀ ਹੋ ਰਹੀ ਭਲਾ? ਚੇਲਿਆਂ ਦੀ। और उनके पास कुछ भी खाने को नहीं। किहਨਾਂ ਦੇ ਕੋਲ? ਜਿਹੜੀ ਭੀੜ ਦੇ ਉੱਤੇ ਪ੍ਰਭੂ ਯਿਸੂ ਮਸੀਹ ਨੂੰ ਤਰਸ ਆਇਆ। ਔਰ ਅੱਜ ਇਹੋ ਤਰਸ ਹਰੇਕ ਮਸੀਹੀ ਦੇ ਜੀਵਨ ਦੇ ਵਿੱਚ ਖੁਦਾਵੰਦ ਖੁਦਾ ਦੇਖਣਾ ਚਾਹੁੰਦਾ। ਦੂਜੇ ਸ਼ਬਦਾਂ ਦੇ ਵਿੱਚ ਮਸੀਹੀ ਕਹਿਲਾਉਣ ਦਾ ਹੱਕ ਹੀ ਉਸ ਇਨਸਾਨ ਨੂੰ ਆ ਜਿਹਦੇ ਅੰਦਰ ਪ੍ਰਭੂ ਦੇ ਲੋਕਾਂ ਦੇ ਲਈ ਐਸਾ ਹੀ ਤਰਸ ਹੋਵੇ। ਤੇ ਆਓ ਅੱਜ ਫੈਸਲਾ ਕਰੀਏ, ਜਿਸ ਪ੍ਰਭੂ ਯਿਸੂ ਮਸੀਹ ਦੇ ਵਚਨ ਨੂੰ ਅਸੀਂ ਸੁਣਿਆ, ਅਸੀਂ ਆਪਣੇ ਆਪ ਨੂੰ ਵੈਸਾ ਬਣਾਵਾਂਗੇ, ਕਿਉਂਕਿ ਪ੍ਰਭੂ ਦੀ ਬੁੱਧ ਸਾਡੇ ਵਿੱਚ ਆ, ਪਵਿੱਤਰ ਆਤਮਾ ਦੇ ਵਸੀਲੇ ਉਹਦਾ ਮਨ ਵੀ ਸਾਡੇ ਵਿੱਚ ਆ। ਤੇ ਇਸ ਕਰਕੇ ਜਿਹਦੇ ਨਾਲ ਅਸੀਂ ਚੱਲਦੇ ਆ, ਜੈਸਾ ਉਹਦਾ ਮਨ ਵੈਸਾ ਹੀ ਸਾਡਾ ਮਨ ਹੋਣਾ ਚਾਹੀਦਾ ਆ। ਤੇ ਜਦੋਂ ਸਾਡਾ ਮਨ ਉਹਦੇ ਮਨ ਵਰਗਾ ਹੋ ਗਿਆ, ਉਦੋਂ ਸਮਝ ਲਓ ਪਰਮੇਸ਼ਵਰ ਸਾਡੇ ਤੋਂ ਖੁਸ਼ ਹੋ ਗਿਆ। ਤੇ ਜਿਹਨੇ ਪਰਮੇਸ਼ਵਰ ਨੂੰ ਖੁਸ਼ ਕਰ ਲਿਆ, ਉਹਨੇ ਸਾਰੇ ਜਹਾਨ ਨੂੰ ਪਾ ਲਿਆ। ਉਹਨੇ ਸਾਰੇ ਜਹਾਨ ਨੂੰ ਪਾ ਲਿਆ। ਇਸ ਲਈ ਤੇ ਲਿਖਿਆ, ਕੀ ਲਾਭ ਮਨੁੱਖ ਨੂੰ ਜੇ ਸਾਰੇ ਜਹਾਨ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ। ਪਰ ਜੇ ਉਹ ਪਰਮੇਸ਼ਵਰ ਨੂੰ ਕਮਾਵੇ ਤੇ ਫਿਰ ਜਾਨ ਦਾ ਨੁਕਸਾਨ ਨਹੀਂ, ਬਲਕਿ ਜਾਨ ਨੂੰ ਸੇਫ ਕਰੇਗਾ। ਔਰ ਇਹੀ ਪਰਮੇਸ਼ਵਰ ਸਾਡੇ ਤੋਂ ਚਾਹੁੰਦਾ ਹੈ। ਇਹਦੇ ਅਗਲੇ ਹਿੱਸੇ ਨੂੰ ਅਸੀਂ ਕੱਲ ਸਿੱਖਾਂਗੇ। ਤਦ ਤੱਕ ਲਈ ਦੁਆ 'ਚ ਯਾਦ ਰੱਖਣਾ, ਪ੍ਰਭੂ ਸਾਡੇ ਸਾਰਿਆਂ ਦੇ ਸਾਥ ਹੋਵੇ। ਆਓ ਪ੍ਰਾਰਥਨਾ ਕਰਦੇ ਹਾਂ। ਅੱਜ ਦੇ ਇਸ ਵਚਨ ਦੇ ਲਈ ਜਿਹੜਾ ਪ੍ਰਭੂ ਨੇ ਸਾਡੇ ਨਾਲ ਆਪਣੇ ਪਵਿੱਤਰ ਆਤਮਾ ਦੇ ਵਸੀਲੇ ਸ਼ੇਅਰ ਕੀਤਾ, ਔਰ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਾਂਗੇ ਜਿਹੜੇ ਕਿਸੇ ਵੀ ਤਰ੍ਹਾਂ ਕਿਸੇ ਪਰੇਸ਼ਾਨੀ ਦੇ ਵਿੱਚ ਆ, ਦੁੱਖ ਦੇ ਵਿੱਚ ਆ, ਤਕਲੀਫ ਦੇ ਵਿੱਚ ਆ, ਜਿਹੜੇ ਤੇ ਮਸੀਹ ਦੇ ਵਿੱਚ ਆ। ਉਹਨਾਂ ਦੇ ਲਈ ਤੇ ਪੈਗਾਮ ਇਹ ਆ ਕਿ ਉਹਨਾਂ ਨੇ ਯੋਧੇ ਬਣਨਾ ਆ ਤੇ ਇਹਨਾਂ ਦੇ ਉੱਤੇ ਜਿੱਤ ਪਾਉਣੀ ਆ, ਇਹ ਕਮਜ਼ੋਰੀਆਂ ਉੱਤੇ, ਨਾਕਾਮੀਆਂ ਉੱਤੇ, ਬਿਮਾਰੀਆਂ ਉੱਤੇ। ਪਰ ਜਿਹੜੇ ਨਵੇਂ ਲੋਕ ਆ, ਅਜੇ ਪ੍ਰਭੂ ਦੇ ਵਿੱਚ ਜ਼ੋਰ ਨਹੀਂ ਫੜਿਆ, ਉਹਨਾਂ ਲਈ ਅਸੀਂ ਪ੍ਰਾਰਥਨਾ ਕਰਾਂਗੇ ਕਿ ਪ੍ਰਭੂ ਉਹਨਾਂ ਦੇ ਉੱਤੇ ਆਪਣੇ ਰਹਿਮ ਨੂੰ ਦਿਖਾਵੇ। ਉਹ ਉਹਦੀ ਕੁਦਰਤ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣ, ਉਹਦੇ ਮੌਜੂਜੇ ਅਚੰਭੇ ਕੰਮਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣ, ਤਾਂ ਕਿ ਉਹਨਾਂ ਦਾ ਈਮਾਨ ਵੀ ਤੁਹਾਡੇ ਵਾਂਗੂ ਮਜ਼ਬੂਤ ਹੋਵੇ। ਔਰ ਜਦੋਂ ਉਹਨਾਂ ਦਾ ਈਮਾਨ ਮਜ਼ਬੂਤ ਹੋਵੇ, ਫਿਰ ਉਹ ਵੀ ਤੁਹਾਡੇ ਵਾਂਗੂ ਦਲੇਰ ਹੋ ਕੇ ਫਿਰ ਬਿਮਾਰੀਆਂ ਦੀ ਪ੍ਰਾਰਥਨਾ ਨਾ ਕਰਾਉਣ, ਬਲਕਿ ਬਿਮਾਰੀਆਂ ਨੂੰ ਰਗੜਨ ਵਾਲੇ ਬਣ ਜਾਣ। ਬਿਮਾਰੀ ਨੂੰ ਪੁੱਛਣ ਤੇਰੀ ਔਕਾਤ ਕੀ ਹੈ,
ਬਿਮਾਰੀ ਨੂੰ ਕਹਿਣ ਤੂੰ ਆਈ ਕਿਹਦੇ ਕੋਲ ਹੈ, ਤੈਨੂੰ ਪਤਾ ਹੋਣਾ ਚਾਹੀਦਾ ਮੈਂ ਪਰਮੇਸ਼ਵਰ ਦੇ ਘਰ ਦੇ ਵਿੱਚ ਜਨਮਿਆ, ਪਰਮੇਸ਼ਵਰ ਦਾ ਪੁੱਤਰ ਆ, ਤੂੰ ਮੇਰਾ ਕੁਝ ਵਿਗਾੜ ਸਕਦੀ ਨਹੀਂ ਹੈ। ਆਓ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾਵੰ ਖੁਦਾ, ਤੁਹਾਡੇ ਸ਼ੁਕਰਗੁਜ਼ਾਰ ਹਾਂ ਅੱਜ ਦੀ ਇਸ ਸ਼ਾਮ ਦੇ ਲਈ, ਤੁਹਾਡੇ ਸੱਚੇ ਵਚਨਾਂ ਦੇ ਲਈ ਖੁਦਾਵੰਦ। ਜਿੰਨੀਆਂ ਵੀ ਜ਼ਿੰਦਗੀਆਂ ਨੇ ਇਸ ਵਕਤ ਸੁਣਿਆ ਰੂਬਰੂ ਹੋ ਕੇ ਖੁਦਾਵੰਦ ਇਸ ਜਰੀਏ ਦੇ ਨਾਲ, ਉਹਨਾਂ ਜ਼ਿੰਦਗੀਆਂ ਦੇ ਲਈ ਤੁਹਾਡੇ ਵੱਡੇ ਅਨੁਗ੍ਰਹਿ ਨੂੰ ਮੰਗਦਾ ਖੁਦਾਵੰਦ। ਜੋ ਲੋਕ ਤੈਨੂੰ ਸਮਝ ਚੁੱਕੇ ਆ, ਉਹਨਾਂ ਨੂੰ ਦਲੇਰੀ ਦਾ ਆਤਮਾ ਦਿਓ ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਸ ਕਰ ਸਕਣ। ਔਰ ਜੋ ਲੋਕ ਅਜੇ ਨਵੇਂ ਆ, ਅਜੇ ਤੁਹਾਡੀ ਆਦਤ ਤੋਂ ਉਸ ਤਰੀਕੇ ਨਾਲ ਵਾਕਫ ਨਹੀਂ ਜਿਸ ਤਰ੍ਹਾਂ ਤਰੀਕੇ ਦੇ ਨਾਲ ਪੁਰਾਣੇ ਲੋਕ ਵਾਕਫ ਆ, ਸੋ ਦਇਆ ਕਰੋ ਉਹ ਵੀ ਤੁਹਾਡੀ ਆਦਤ ਨੂੰ ਸਮਝਣ ਖੁਦਾਵੰਦ। ਔਰ ਪਿਆਰੇ ਪ੍ਰਭੂ, ਉਹਨਾਂ ਦੀਆਂ ਸਾਰੀਆਂ ਕਮਜ਼ੋਰੀਆਂ ਨੂੰ, ਬਿਮਾਰੀਆਂ ਨੂੰ, ਲਾਚਾਰੀਆਂ ਨੂੰ, ਪਰੇਸ਼ਾਨੀਆਂ ਨੂੰ ਤੁਹਾਡੇ ਤਖਤ ਦੇ ਅੱਗੇ ਲੈ ਕੇ ਆਉਣੇ ਖੁਦਾਵੰਦ। ਇੱਕ ਇੱਕ ਜ਼ਿੰਦਗੀ ਦੇ ਲਈ ਤੁਹਾਡੇ ਵੱਡੇ ਰਹਿਮ ਨੂੰ ਮੰਗ ਲੈਣੇ ਖੁਦਾਵੰਦ। ਜਿੰਨੇ ਵੀ ਲੋਕਾਂ ਨੇ ਪ੍ਰਾਰਥਨਾ ਕਰਨ ਦੇ ਲਈ ਬੇਨਤੀਆਂ ਭੇਜੀਆਂ ਖੁਦਾਵੰਦ, ਇੱਕ ਇੱਕ ਜ਼ਿੰਦਗੀ ਨੂੰ ਤੇਰੇ ਸਾਹਮਣੇ ਲੈ ਆਉਣੇ ਖੁਦਾਵੰਦ। ਤੁਸੀਂ ਵੈਸਾ ਹੀ ਤਰਸ ਜੈਸਾ ਇਹਨਾਂ ਲੋਕਾਂ ਦੇ ਉੱਤੇ ਕੀਤਾ ਸੀ, ਉਹੀ ਤਰਸ ਉਹਨਾਂ ਲੋਕਾਂ ਦੇ ਉੱਤੇ ਵੀ ਕਰੋ ਜਿਹੜੇ ਆਨਲਾਈਨ ਇਸ ਪ੍ਰੋਗਰਾਮ ਨੂੰ ਸੁਣ ਰਹੇ ਜਾਂ ਜਿਹੜੇ ਅੱਗੇ ਸੁਣਨਗੇ ਖੁਦਾਵੰਦ। ਅਗਰ ਉਹ ਵਿਸ਼ਵਾਸ ਕਰਨ ਤੇ ਤੁਹਾਡਾ ਇਹ ਤਰਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰੇ ਖੁਦਾਵੰਦ। ਔਰ ਤੁਹਾਡੇ ਤਰਸ ਦੇ ਦੁਆਰਾ ਤੁਹਾਡੇ ਲੋਕ ਹਰ ਕਿਸਮ ਦੀ ਭੁੱਖ ਤੋਂ ਛੁਟਕਾਰਾ ਪਾ ਸਕਣ ਖੁਦਾਵੰਦ। ਹਰ ਕਿਸਮ ਦੀ ਕਮਜ਼ੋਰੀ ਤੋਂ, ਹਰ ਕਿਸਮ ਦੀ ਲਾਚਾਰੀ ਤੋਂ, ਹਰ ਕਿਸਮ ਦੀ ਪਰੇਸ਼ਾਨੀ ਤੋਂ ਤੁਹਾਡੇ ਲੋਕਾਂ ਦੇ ਲਈ ਤੁਹਾਡਾ ਵੱਡਾ ਰਹਿਮ ਹੋ ਜਾਏ ਖੁਦਾਵੰਦ, ਔਰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲੇ। ਅਗਰ ਕੋਈ ਬੇਔਲਾਦ ਹੈ ਪਿਆਰੇ ਪ੍ਰਭੂ, ਤੁਸੀਂ ਹੀ ਕੁੱਖ ਨੂੰ ਖੋਲਣ ਵਾਲੇ ਤੇ ਬੰਦ ਕਰਨ ਵਾਲੇ ਹੋ ਖੁਦਾਵੰਦ। ਸੋ ਕਿਰਪਾ ਕਰੋ, ਕਿਉਂਕਿ ਤੇਰੇ ਵਚਨ 'ਚ ਲਿਖਿਆ ਜਿਹੜੇ ਤੇਰੇ ਵਿੱਚ ਆਉਂਦੇ, ਜਿਹੜੇ ਤੈਨੂੰ ਪਹਿਚਾਨ ਲੈਂਦੇ, ਤੁਸੀਂ ਉਹਨਾਂ ਦੇ ਵੰਸ਼ ਨੂੰ ਵਧਾਉਂਦੇ ਹੋ ਖੁਦਾਵੰਦ। ਤੁਹਾਡੀ ਕਿਰਪਾ ਨੂੰ ਉਹਨਾਂ ਦੇ ਲਈ ਵੀ ਮੰਗ ਲੈਂਦੇ ਖੁਦਾਵੰਦ। ਇੱਕ ਇੱਕ ਜ਼ਿੰਦਗੀ ਦੇ ਲਈ ਤੁਹਾਡੇ ਵੱਡੇ ਅਨੁਗ੍ਰਹਿ ਨੂੰ ਮੰਗਦਾ ਹੈ। ਆਉਣ ਵਾਲੇ ਸਾਰੇ ਸਮੇਂ ਨੂੰ ਤੁਹਾਡੇ ਮੁਬਾਰਕ ਹੱਥਾਂ 'ਚ ਦੇਣਾ ਖੁਦਾਵੰਦ। ਤੁਹਾਡੀ ਨੇਕ ਇੱਛਾ ਨੂੰ ਮੰਗ ਲੈਣਾ ਹੈ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ, ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ ਆਮੀਨ। ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਔਰ ਵਚਨ ਨੂੰ ਸ਼ੇਅਰ ਕਰਨ 'ਚ ਕੰਜੂਸੀ ਨਾ ਕਰਿਆ ਕਰੋ, ਕਿਉਂਕਿ ਜੇ ਅਸੀਂ ਕੁਛ ਵੀ ਨਹੀਂ ਕਰ ਸਕਦੇ ਤੇ ਇਹਨੂੰ ਸ਼ੇਅਰ ਕਰ ਦਿਆ ਕਰੀਏ ਤਾਂ ਕਿ ਹੋਰ ਲੋਕਾਂ ਤੱਕ ਵੱਧ ਤੋਂ ਵੱਧ ਖੁਦਾ ਦੀ ਯੋਜਨਾ, ਖੁਦਾ ਦੀ ਨੇਕ ਇੱਛਾ ਪਹੁੰਚੇ, ਤਾਂ ਕਿ ਉਹ ਵੀ ਸਾਡੇ ਵਾਂਗੂ ਖੁਦਾ ਦੀ ਆਦਤ ਨੂੰ ਜਾਣ ਕੇ ਖੁਦਾ ਦੇ ਵਿੱਚ ਮਜ਼ਬੂਤ ਹੁੰਦੇ ਹੋਏ ਉਸ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਹੋ ਸਕਣ। ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਔਰ ਇਸੇ ਤਰ੍ਹਾਂ ਖੁਦਾ ਦੀ ਕਿਰਪਾ ਰਹੀ ਤੇ ਕੱਲ ਅਸੀਂ ਫਿਰ ਸ਼ਾਮਲ ਹੋਵਾਂਗੇ, ਖੁਦਾ ਦੇ ਵਚਨ ਨੂੰ ਸਿੱਖਾਂਗੇ। ਤਦ ਤੱਕ ਲਈ ਖੁਦਾ ਤੁਹਾਡੇ ਨਾਲ ਹੋਵੇ। ਹੁਣ ਤੋਂ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਔਰ ਇਹ तमाम ਲੋਕਾਂ ਦੇ ਨਾਲ ਬਣੀ ਰਵੇ। ਆਮੀਨ ਆਮੀਨ। ਗੋਡ ਬਲੈਸ ਯੂ। ਰੱਬ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਔਰ ਇਸੇ ਤਰ੍ਹਾਂ ਅਸੀਂ ਖੁਦਾ ਦੀ ਇੱਛਾ ਦੇ 'ਚ ਰਹਿੰਦੇ ਹੋਏ, ਅਗਰ ਉਹਦੀ ਆਮਦ ਵਿੱਚ ਦੇਰੀ ਹੈ, ਕਿ ਅਸੀਂ ਖੁਦਾ ਦੇ ਵਚਨ ਨੂੰ ਸਿੱਖਦੇ ਜਾਵਾਂਗੇ। ਸਾਰਿਆਂ ਨੂੰ ਜੈ ਮਸੀਹ।